lecture. So electrical oscillator and oscillations. So simple harmonic motion ਦੇ ਵਿੱਚ mechanical oscillator ਹੋ ਜਾਂਦਾ ਹੈ। ਉਸ ਤੋਂ ਬਾਅਦ ਤੁਹਾਡੇ ਕੋਲ torsional vibrations ਹੋ ਗਈਆਂ, torsional pendulum ਜਾਂ compound pendulum, ਤੁਹਾਡੇ ਕੋਲ mechanical oscillator ਹੋ ਜਾਂਦੇ ਜਿਨ੍ਹਾਂ ਵਿੱਚ ਤੁਹਾਡੇ ਥਰੈਡ ਦੇ ਨਾਲ ਬਾਬ ਤੇ ਬਾਈਂਡ ਕੀਤਾ ਹੋਇਆ ਹੈ, ਉਹ oscillate ਕਰ ਰਿਹਾ, ਜਾਂ ਫਿਰ ਤੁਹਾਡੇ ਕੋਲ ਡਿਸਕ ਹੈ, ਜਾਂ ਫਿਰ ਤੁਹਾਡੇ ਕੋਲ ਰਿਜਿਡ ਬੋਡੀ ਹੈ। ਉਸ ਦੇ ਇਲਾਵਾ ਆਪਣੇ ਕੋਲ ਇੱਕ ਇਲੈਕਟ੍ਰੀਕਲ oscillator ਦਾ ਕਨਸੈਪਟ ਹੁੰਦਾ ਜਿਸ ਦੇ ਵਿੱਚ ਕੀ ਹੈ, ਆਪਾਂ ਕੈਪੈਸਿਟਰ ਐਂਡ ਇੰਡਕਟਰ ਨੂੰ ਆਪਾਂ ਸਾਈਮਲਟੇਨੀਅਸਲੀ ਯੂਜ਼ ਕਰਦੇ ਹਾਂ। ਤੁਹਾਡੀ ਸਕਰੀਨ ਦੇ ਉੱਪਰ ਸਰਕਟ ਸ਼ੋ ਕੀਤਾ ਹੋਇਆ ਬੇਟਾ। ਐਕਸਪੋਜ਼ ਕਰੋ ਇਲੈਕਟ੍ਰੀਕਲ ਕੈਪੈਸਿਟਰ ਐਟ ਦੀ ਸਟਾਰਟਿੰਗ ਟੀ ਟਾਈਮ t = 0 ਦੇ ਉੱਪਰ ਫੁੱਲੀ ਚਾਰਜ ਹੈ। ਪਲੱਸ 2 ਦਾ ਕਨਸੈਪਟ ਤੁਹਾਨੂੰ ਪਤਾ ਹੀ ਹੈ ਬੇਟਾ। ਸੋ ਇਹਦੇ ਵਿੱਚ ਕੀ ਹੋਏਗਾ, ਇਲੈਕਟ੍ਰੀਕਲ ਜਿਹੜਾ ਕੈਪੈਸਿਟਰ ਹੈ, ਕੈਪੈਸਿਟਰ ਆਪਣੀ ਜਿਹੜੀ એનર્ਜੀ ਹੈ ਜਿਹੜੀ ਸਟੋਰ ਕੀਤੀ ਹੋਈ ਹੈ, ਇਟ ਵਿਲ ਬੀ ਡਿਸਚਾਰਜਿੰਗ ਥਰੂ ਦੀ ਇੰਡਕਟਰ। ਜਦੋਂ ਇੰਡਕਟਰ ਦੇ ਥਰੂ ਡਿਸਚਾਰਜ ਹੋਏਗਾ, ਮਤਲਬ ਕੰਡਕਟਰ ਦੇ ਥਰੂ ਸਰਕਟ ਦੇ ਥਰੂ ਕਰੰਟ ਭੇਜੇਗਾ, ਤਾਂ ਅਲਟੀਮੇਟਲੀ ਕੀ ਹੋਏਗਾ, ਇੰਡਕਟਰ ਦੇ ਕ੍ਰਾਸ ਮੈਗਨੈਟਿਕ ਫੀਲਡ ਬਿਲਡਅਪ ਹੋ ਜਾਏਗੀ। एंड उसके बाद अब की हो जाएगा मैग्नेटिक फील्ड जी स्टोर होएगी, इट विल बी स्टोर्ड इनसाइड द इंडक्टर। एंड उस तो बाद की जी इलैक्ट्रिकल एनर्जी है, हुन इंडक्टर अपने वो ओदे कोरस्पोंडिंग जेड़ा जो इंडक्टर दे कोरस्पोंडिंग जेड़ा फ्लक्स मैक्सिमली बिल्ड हो गया, उस तो बाद की होएगा जेड़ा इंडक्टर है अपनी जेड़ी एनर्जी है ट्रांसफर करेगा कंडक्टर कैपेसिटर नु, सो दैट इट कैन बी चार्ज बट इन दी ओपोजिट डायरेक्शन। क्योंकि जेड़ा कैपेसिटर है पहला ਜਿਹੜੀ ਉਹਦੀ ਪਲੇਟਸ ਦੀ ਜਿਹੜੀ ਓਰੀਐਂਟੇਸ਼ਨ ਸੀ, ਜਿਹੜੀ ਪੋਜ਼ਿਟਿਵ ਐਂਡ ਨੈਗੇਟਿਵ ਪਲੇਟ ਸੀਗੀਆਂ, ਦੇ ਵਾਸ ਦੋਸ ਵਿਲ ਬੀ ਰਿਵਰਸ। ਸੋ ਲੈਫਟ ਹੈਂਡ ਸਾਈਡ ਦੇ ਉੱਪਰ ਪਹਿਲਾਂ ਪੋਜ਼ਿਟਿਵ ਚਾਰਜ ਸੀਗਾ, ਹੁਣ ਆਪਣੇ ਕੋਲ ਕੀ ਹੋ ਜਾਏਗਾ, ਨੈਗੇਟਿਵ ਚਾਰਜ। ਐਂਡ ਇਟ ਦ ਸਾਈਕਲ ਵਿਲ ਬੀ ਰਿਪੀਟਡ। ਉਸ ਤੋਂ ਬਾਅਦ ਕੀ ਹੈ, ਕੈਪੈਸਿਟਰ ਅਗੇਨ ਤੁਹਾਡਾ ਇੰਡਕਟਰ ਨੂੰ ਮੈਗਨੈਟਿਕਲੀ वाइंड अप करने की कोशिश करेगा, मतलब ਜਿਹੜਾ कैपेसिटर है ਤੁਹਾਡਾ इंडक्टर ਦੇ ਥਰੂ ਕਰੰਟ ਭੇਜੇਗਾ, ਐਂਡ ਤੁਹਾਡਾ इंडक्टर ਜਿਹੜਾ फ्लक्स इंडक्टर ਦੇ ਥਰੂ मैग्नेटिक फील्ड प्रोड्यूस होएगी, ਐਂਡ मैग्नेटिक फील्ड ਦੇ ਫਾਰਮ ਦੇ ਵਿੱਚ ਤੁਹਾਡੇ ਕੋਲ ਜਿਹੜੀ એનર્ਜੀ ਸਟੋਰ ਹੋਏਗੀ। ਐਂਡ ਅਗੇਨ ਜਿਹੜਾ मैग्नेटिक फील्ड है इट विल बी चार्जिंग द कैपेसिटर, ਉਹਦੇ ਕੋਰਸਪੋਂਡਿੰਗ ਤੁਹਾਡੇ ਕੋਲ ਅਲਟੀਮੇਟਲੀ ਜਿਹੜਾ कैपेसिटर है ਇਹ ਆਪਣੀ ਜਿਹੜੀ ओरिजिनल पोजीशन है रीगेन कर लेगा। So the process then repeats itself indefinitely and the electromagnetic oscillations are produced। So ਇਹ electromagnetic oscillations ਹੋਣਗੀਆਂ ਜਿਹੜੀਆਂ ਕਿ ਕੈਪੈਸਿਟਰ ਐਂਡ ਇੰਡਕਟਰ ਦੀ ਫਾਰਮ ਦੇ ਵਿੱਚ ਆਪਣੇ ਆਪ ਨੂੰ ਰਿਪੀਟ ਕਰਦੀਆਂ ਰਹਿਣਗੀਆਂ। ਲੇਕਿਨ ਹੁਣ ਇਹਦੇ ਵਿੱਚ ਕੀ ਹੈ, ਜਦ ਤੱਕ ਡੈਂਪਿੰਗ ਨਹੀਂ ਹੁੰਦੀ ਤਦ ਤੱਕ ਇਹ oscillation indefinitely ਚੱਲਦੀਆਂ ਰਹਿਣਗੀਆਂ। ਅਗਰ ਇਸ ਦੇ ਵਿੱਚ ਆਪਣਾ ਚਾਰਜ ਲਾਸ ਹੁੰਦਾ ਹੈ ਜਾਂ ਐਨੀ ਅਦਰ ਫਾਰਮ ਦੇ ਵਿੱਚ ਆਪਣਾ ਹੀਟ ਲਾਸ ਹੁੰਦਾ ਹੈ, ਤਾਂ ਉਸ ਕੇਸ ਦੇ ਵਿੱਚ ਤੁਹਾਡੇ ਕੋਲ ਚਾਰਜ ਦੀ ਵੈਲਿਊ ਘਟਦੀ ਜਾਏਗੀ, ਕਰੰਟ ਦੀ ਵੈਲਿਊ ਘਟਦੀ ਜਾਏਗੀ, ਐਂਡ ਅਲਟੀਮੇਟਲੀ ਇਹ ਜਿਹੜੀਆਂ oscillations ਸੇ ਡਾਈ ਆਊਟ ਹੋ ਜਾਣਗੀਆਂ, ਜਿਸ ਨੂੰ ਆਪਾਂ ਡੈਮਡ oscillations ਦਾ ਨਾਮ ਦਿੰਦੇ ਹਾਂ। The oscillations are produced due to the continuous conversion of energy in the form of electric field from the plates of the capacitor into the magnetic field inside the inductor। So inductor ਦੇ ਕੇਸ ਵਿੱਚ ਜਿਹੜੀ એનર્ਜੀ ਸਟੋਰ ਹੋਏਗੀ that will be in the form of magnetic field, and the energy stored inside the capacitor it will be stored in the form of electric field। So electric field is getting converted into energy in the form of electric field is getting converted into the energy in the form of magnetic field। So if the circuit does not have any resistance, no dissipation of energy will take place and the amplitude of oscillations produced will remain constant। Such oscillations are called undamped oscillations। So इन्होंने undamped oscillation किया जाएगा जिसके ਵਿੱਚ कोई भी resistance involved नहीं होएगी and indefinitely ये cycle चलता ही रहेगा। However, due to finite resistance of the circuit, हम ਆਪਾਂ ਨੂੰ ਪਤਾ ਹੈ ਬੇਟਾ ਇੰਡਕਟਿਵ ਰਿਐਕਟੈਂਸ ਹੁੰਦੀ ਹੈ ਇੰਡਕਟਰ ਦੇ ਕੇਸ ਵਿੱਚ, ਐਂਡ ਕੈਪੈਸਿਟਰ ਦੇ ਕੇਸ ਵਿੱਚ ਕੈਪੈਸਿਟਿਵ ਰਿਐਕਟੈਂਸ ਹੁੰਦੀ ਹੈ। ਇਸ ਕਰਕੇ ਕੀ ਹੁੰਦਾ ਹੈ, ਆਪਣੇ ਕੋਲ ਜਿਹੜੀ ਕਰੰਟ ਦੇ ਫਲੋ ਨੂੰ ਰੈਜ਼ਿਸਟੈਂਸ ਆਫਰ ਹੋਏਗੀ, ਬਿਕਾਜ਼ ਇਟ ਇਜ਼ ਫ੍ਰੀਕੁਐਂਸੀ ਡਿਪੈਂਡੈਂਟ, ਇਸ ਕਰਕੇ ਫ੍ਰੀਕੁਐਂਸੀ ਤੇ ਵੀ ਡਿਪੈਂਡ ਕਰੇਗਾ। ਸੋ ਇਹ ਆਪਣੇ ਕੋਲ ਸਾਰਾ ਫੰਡਾ ਜਿਹੜਾ ਹੈ ਕਿ ਆਪਣੇ ਕੋਲ ਕੀ ਹੈ, ਅਨਡੈਮਡ oscillations ਨਹੀਂ ਆਣਗੀਆਂ ਡਿਊ ਟੂ ਇੰਡਕਟਿਵ ਰਿਐਕਟੈਂਸ ਐਂਡ ਕੈਪੈਸਿਟਿਵ ਰਿਐਕਟੈਂਸ ਦੇ ਕਰਕੇ ਆਪਣੇ ਕੋਲ ਕੀ ਹੋਏਗਾ, ਸਮਾਲ ਅਮਾਉਂਟ ਆਫ electrical energy is dissipated in the form of heat energy during each oscillation। In other words, in practice damped oscillations are produced and the frequency of LC oscillation is given by 1/2 pi square root of LC ਦੇ ਬਰਾਬਰ ਹੋਏਗਾ। ਇਹ ਚੀਜ਼ਾਂ ਤੁਸੀਂ ਬੇਟਾ ਪਹਿਲੇ ਹੀ ਪੜ੍ਹ ਚੁੱਕੇ ਹੋ ਪਲੱਸ 2 ਦੇ ਕੇਸ ਵਿੱਚ। तो प्लस 2 ਦੇ ਵਿੱਚ 4th ਯੂਨਿਟ ਹੈ, ਉਹਦੇ ਵਿੱਚ ਸਾਡੇ ਕੋਲ LC oscillation ਦਾ ਕਨਸੈਪਟ ਸਮਝਾਇਆ ਹੁੰਦਾ ਹੈ। So differential equation of the simple harmonic electrical oscillator। So electrical oscillator ਦਾ ਕਨਸੈਪਟ ਹੈ ਬੇਟਾ, ਇਹਦੇ ਵਿੱਚ ਵੀ ਹਾਰਮੋਨਿਕ oscillation ਪ੍ਰੋਡਿਊਸ ਹੋਣਗੇ ਜਦੋਂ એનર્ਜੀ ਐਕਸਚੇਂਜ ਹੋਏ। ਸੋ ਐਟ ਟਾਈਮ t = 0 ਆਪਾਂ ਮੰਨ ਕੇ ਚੱਲਦੇ, ਜਿਸ ਤਰ੍ਹਾਂ ਮੈਂ ਸਟਾਰਟਿੰਗ ਦੇ ਵਿੱਚ ਹੀ ਦੱਸਿਆ ਕਿ ਆਪਣੇ ਕੋਲ ਜਿਹੜਾ ਕੈਪੈਸਿਟਰ ਹੈ ਆਪਾਂ ਫੁੱਲੀ ਚਾਰਜ ਮੰਨ ਕੇ ਚੱਲਦੇ ਹਾਂ। ਲੈਫਟ ਹੈਂਡ ਪਲੇਟ ਦੇ ਉੱਪਰ ਆਪਣੇ ਕੋਲ ਪਲੱਸ q ਚਾਰਜ ਹੋਏਗਾ, ਰਾਈਟ ਹੈਂਡ ਪਲੇਟ ਦੇ ਉੱਪਰ ਆਪਣੇ ਕੋਲ ਮਾਈਨਸ q ਚਾਰਜ ਹੋਏਗਾ, ਐਂਡ ਸਟਾਰਟਿੰਗ ਦੇ ਵਿੱਚ ਕਰੰਟ ਸਰਕਟ ਦੇ ਵਿੱਚ ਕੋਈ ਵੀ ਫਲੋ ਨਹੀਂ ਕਰੇਗਾ, ਇਸ ਕਰਕੇ i ਆਪਾਂ 0 ਮੰਨ ਕੇ ਚੱਲਦੇ ਹਾਂ। ਠੀਕ ਹੈ ਜੀ। as the capacitor is connected to the inductor, ਹੁਣ ਕੈਪੈਸਿਟਰ ਕੀ ਹੈ, ਇੰਡਕਟਰ ਦੇ ਨਾਲ ਕਨੈਕਟ ਕੀਤਾ ਹੋਇਆ ਹੈ, ਸਰਕਟ ਕੰਪਲੀਟ ਹੈ, ਇਸ ਕਰਕੇ ਕੀ ਹੋਏਗਾ, ਇਹ ਆਪਣਾ ਕੈਪੈਸਿਟਰ ਹੈ ਇਟ ਵਿਲ ਬੀ ਡਿਸਚਾਰਜਿੰਗ ਥਰੂ ਦੀ ਇੰਡਕਟਰ। ਸੋ ਕੈਪੈਸਿਟਰ ਆਪਣਾ ਇੰਡਕਟਰ ਦੇ ਥਰੂ ਕਰੰਟ ਫਲੋ ਕਰਾਏਗਾ
as the capacitor discharges through the inductor a varying current flows through it and the induced EMF is produced। वो इंडक्टर के क्रॉस किए जो करंट फ्लो करेगा इंड्यूस्ड सेल्फ इंडक्शन दे करके इंड्यूस्ड EMF भी प्रोड्यूस होएगी। Suppose that at any time t during the discharging of the capacitor charge left on the capacitor is q, and so at a particular instant of time जो discharge हो रहा है तो हम मान के चलते हैं कि कैपेसिटर के ऊपर q चार्ज है एंड करंट इन दी सर्किट अपने को I ਦਿੱਤਾ ਹੋਇਆ है एंड रेट ऑफ चेंज ऑफ करंट इज di by dt ਦੇ ਬਰਾਬਰ ਹੋਏਗਾ। So inductor the cross ਜਿਹੜੀ ਆਪਣੇ ਕੋਲ induced EMF produce ਹੋਏਗੀ due to the flow of current from the capacitor towards the inductor side। ਤਾਂ ਇਸ ਕੇਸ ਦੇ ਵਿੱਚ induced EMF ਜਿਹੜੀ ਹੋਏਗੀ that will be minus L into di by dt plus ਦੇ ਵਿੱਚ ਤੁਸੀਂ ਸੋਲਵ ਕਰਦੇ ਹੋ ਜਦ ਮੈਂ ਡਿਟੇਲ ਦੇ ਵਿੱਚ ਨਹੀਂ ਜਾਵਾਂਗਾ। सो ਹੁਣ ਆਪਣੇ ਉਹਨੇ ਕੈਪੈਸਿਟਰ ਦੇ ਉੱਪਰ ਜਿਹੜਾ ਚਾਰਜ ਉਹਦੇ ਕਰਕੇ ਉਹਦੀ ਕੀ ਕ੍ਰਾਸ ਕੀ ਹੋਏਗਾ ਪੋਟੈਂਸ਼ੀਅਲ ਡਿਫਰੈਂਸ ਬਿਲਡ ਅਪ ਹੋਏਗਾ। ਸੋ q cv ਦੇ ਬਰਾਬਰ ਹੁੰਦਾ ਇਸ ਤੋਂ ਆਪਾਂ ਪੋਟੈਂਸ਼ੀਅਲ ਡਿਫਰੈਂਸ ਵਗੈਰਾ ਫਾਈਂਡ ਆਊਟ ਕਰ ਸਕਦੇ। ਸੋ ਪੋਟੈਂਸ਼ੀਅਲ ਵਿਲ ਬੀ ਇਕੁਅਲ ਟੂ q ਡਿਵਾਈਡਡ ਬਾਈ c ਦੇ ਬਰਾਬਰ ਹੋ ਜਾਏਗਾ। ਸੋ ਇਸ ਕਰਕੇ ਕੈਪੈਸਿਟਰ ਦੇ ਕ੍ਰਾਸ ਜਿਹੜਾ ਪੋਟੈਂਸ਼ੀਅਲ ਆਏਗਾ that will be q by c and ਜਿਹੜੀ ਇੰਡਕਟਰ ਦੇ ਕ੍ਰਾਸ EMF ਆਏਗੀ ਜਿਹੜੀ it is a type of potential ਜਿਹਨੂੰ ਆਪਾਂ ਕਹਿ ਸਕਦੇ ਹਾਂ that can be written in terms of L di by dt with a negative sign because induced EMF ਹੈ ਇਸ ਕਰਕੇ ਨੈਗੇਟਿਵ ਸਾਈਨ ਆਏਗਾ। ਸੋ ਅਕੋਰਡਿੰਗ ਟੂ ਕਿਰਚੌਫ ਲਾ ਆਪਾਂ ਕੋਈ ਐਕਸਟਰਨਲ ਬੈਟਰੀ ਨਹੀਂ ਲਗਾਈ ਹੋਈ ਇਹ ਸਾਰੇ ਦਾ ਸਾਰਾ ਜਿਹੜਾ ਇੰਡਕਟਰ ਦੇ ਕ੍ਰਾਸ ਜਿਹੜੀ EMF ਬਣੇਗੀ ਉਹ ਇਹਦੇ ਕਰਕੇ ਬਣੇਗੀ ਇਸੇ ਕਰਕੇ both hands left hand side it should be equal to right hand side। ਸੋ ਇੰਡਕਟਰ ਦੇ ਕ੍ਰਾਸ ਜਿਹੜੀ ਪੋਟੈਂਸ਼ੀਅਲ ਹੈ it should be equal to ਕੈਪੈਸਿਟਰ ਦੇ ਕ੍ਰਾਸ ਪੋਟੈਂਸ਼ੀਅਲ ਹੋਣਾ ਚਾਹੀਦਾ because both are connected by end to end ਇਸ ਕਰਕੇ ਪੈਰਲਲ ਕਨੈਕਸ਼ਨ ਹੋ ਗਿਆ ਆਪਾਂ ਇਹਨਾਂ ਨੂੰ ਯੂਜ਼ ਕਰ ਸਕਦੇ ਹਾਂ। ਸੋ ਲੈਫਟ ਹੈਂਡ ਸਾਈਡ should be equal to right hand side। so minus L di by dt is equal to q by c ਲਾ ਸਕਦੇ ਹੋ ਬੇਟਾ L di by dt plus q by c ਆਪਾਂ equal to 0 ਪੁੱਟ ਕਰ ਦਿੱਤਾ ਬੇਟਾ ਆਪਣੇ ਕੋਲ ਕੀ ਹੈਗਾ I is equal to dq by dt ਹੁੰਦਾ ਬੇਟਾ। ਇਸ ਕਰਕੇ di by dt ਨੂੰ ਆਪਾਂ ਸੈਕੰਡ ਆਰਡਰ ਡਿਫਰੈਂਸ਼ੀਅਲ ਇਕੁਏਸ਼ਨ ਦੇ ਵਿੱਚ ਚੇਂਜ ਕਰ ਦਿੰਦੇ ਹਾਂ dq by dt ਸਕੁਅਰ ਜਿਸ ਤਰ੍ਹਾਂ ਆਪਾਂ ਉੱਥੇ ਪ੍ਰੀਵੀਅਸਲੀ ਕਰਦੇ ਹਾਂ ਸਿੰਪਲ ਹਾਰਮੋਨਿਕ ਮੋਸ਼ਨ ਚਾਹੇ ਐਂਗੂਲਰ ਮੋਸ਼ਨ ਹੈ ਟੋਰਸ਼ਨਲ ਪੈਂਡੂਲਮ ਹੈ ਚਾਹੇ ਕੰਪਾਊਂਡ ਪੈਂਡੂਲਮ ਹੈ ਬਸ ਸੈਕੰਡ ਆਰਡਰ ਡਿਫਰੈਂਸ਼ੀਅਲ ਇਕੁਏਸ਼ਨ ਫਾਈਂਡ ਆਊਟ ਕਰਨ ਦੀ ਗੱਲ ਕਰਦੇ ਹਾਂ। ਸੋ ਇਹਦੇ ਵਿੱਚ ਕੀ ਹੈ ਬੇਟਾ di by dt ਦੀ ਜਗ੍ਹਾ ਪਰ dq by dt ਸਕੁਅਰ ਪਾ ਦਿੱਤਾ L ਨੂੰ ਆਪਾਂ ਡਿਨੋਮੀਨੇਟਰ ਦੇ ਵਿੱਚ ਲੈ ਕੇ ਆਏ ਹਾਂ q ਡਿਵਾਈਡਡ ਬਾਈ LC ਹੋ ਗਿਆ ਬੇਟਾ। ਇਹ ਸੈਕੰਡ ਆਰਡਰ ਡਿਫਰੈਂਸ਼ੀਅਲ ਇਕੁਏਸ਼ਨ ਹੈ ਇਹਦੇ ਵਿੱਚ ਕੀ ਹੋਏਗਾ ਓਮੇਗਾ ਸਕੁਅਰ ਦਾ ਫੈਕਟਰ ਆਪਾਂ ਇੰਟਰੋਡਿਊਸ ਕਰ ਦਿੰਦੇ ਹਾਂ ਬੇਟਾ dq by d2q by dt ਸਕੁਅਰ plus ਓਮੇਗਾ ਸਕੁਅਰ into q is should be equal to 0। ਇਸ ਕਰਕੇ ਕੀ ਹੋਏਗਾ ਓਮੇਗਾ ਸਕੁਅਰ ਆਪਾਂ 1 by LC ਦੇ ਬਰਾਬਰ ਆਏਗਾ। ਇਹਦੇ ਤੁਸੀਂ ਟਾਈਮ ਪੀਰੀਅਡ ਦੀ ਵੈਲਿਊ ਕੱਢ ਸਕਦੇ ਹੋ ਬੇਟਾ। ਅਲਟੀਮੇਟਲੀ ਆਪਣੇ ਕੋਲ ਇਸ ਤਰ੍ਹਾਂ ਦੀ ਡਿਫਰੈਂਸ਼ੀਅਲ ਇਕੁਏਸ਼ਨ ਆ ਜਾਂਦੀ ਹੈ। ਸੋ ਡਿਫਰੈਂਸ਼ੀਅਲ ਇਕੁਏਸ਼ਨ ਦਾ ਸੋਲੂਸ਼ਨ ਕੀ ਹੈ ਸੈਕੰਡ ਆਰਡਰ ਡਿਫਰੈਂਸ਼ੀਅਲ ਇਕੁਏਸ਼ਨ ਹੈ ਇਸ ਕਰਕੇ ਆਪਣੇ ਕੋਲ ਦੋ ਤਰ੍ਹਾਂ ਦੇ ਕਾਂਸਟੈਂਟ ਆਉਣਗੇ ਇਟ ਵਿਲ ਬੀ a cos omega t plus b sin omega t ਦਾ ਸੋਲੂਸ਼ਨ ਆਏਗਾ। ਇਸ ਤਰ੍ਹਾਂ ਦੇ ਪੱਡੇ ਆਪਣੇ ਕੋਲ ਇਵੋਲਵ ਹੋਣਗੇ ਬੇਟਾ। ਟੂ ਫਾਈਂਡ a and b ਦੀ ਵੈਲਿਊ ਫਾਈਂਡ ਆਊਟ ਕਰਨ ਲਈ ਆਪਾਂ ਬਾਉਂਡਰੀ ਕੰਡੀਸ਼ਨ ਅਪਲਾਈ ਕਰਾਂਗੇ because at time t is equal to 0 ਸਾਰੇ ਦਾ ਸਾਰਾ ਚਾਰਜ ਕਿੱਥੇ ਕਨਸੈਂਟਰੇਟਡ ਹੈ ਬੇਟਾ it is concentrated at the capacitor that is equal to q naught ਮੰਨ ਕੇ ਚੱਲਦੇ ਠੀਕ ਹੈ ਜੀ। ਸੋ at time t equal to 0 q is equal to q naught ਦੇ ਬਰਾਬਰ ਹੈ ਇਸ ਕਰਕੇ q ਦੀ equal to q naught ਹੋ ਗਿਆ ਬੇਟਾ। at time t equal to 0 cos of 0 is equal to 1 and sin of 0 is equal to 0 ਇਸ ਕਰਕੇ a is equal to q naught ਦੇ ਬਰਾਬਰ ਆ ਜਾਏਗਾ। ਉਸ ਤੋਂ ਬਾਅਦ ਕੀ ਹੈ ਆਪਣੇ ਕੋਲ ਕਰੰਟ ਦੀ ਲਿਮਿਟ ਹੈ at time t is equal to 0 ਸਰਕਟ ਦੇ ਵਿੱਚ ਕੋਈ ਵੀ ਕਰੰਟ ਨਹੀਂ ਫਲੋ ਕਰ ਰਿਹਾ ਇਸ ਕਰਕੇ ਆਪਣੇ ਕੋਲ ਜਿਹੜਾ ਐਕਸਪ੍ਰੈਸ਼ਨ ਹੈ q ਦਾ ਇਹਦੇ ਵਿੱਚ ਕੀ ਹੈ ਇਹਨੂੰ ਟਾਈਮ ਦੇ ਨਾਲ ਡੈਰੀਵੇਟਿਵ ਕਰ ਦਿਓ dq by dt it should turn out to be a current। so current at time t is equal to 0 is equal to 0 ਇਸ ਕਰਕੇ ਆਪਾਂ t is equal to 0 ਪੁੱਟ ਕਰੋਗੇ ਤਾਂ sin 0 ਆ ਜਾਏਗਾ cos 0 1 ਹੋ ਜਾਏਗਾ ਅਲਟੀਮੇਟਲੀ p ਦੀ ਵੈਲਿਊ ਆਪਣੇ ਕੋਲ 0 ਆ ਜਾਏਗੀ। ਔਰ ਯੂ ਕੈਨ ਸਿੰਪਲੀ ਰੀਰਾਈਟ ਦੀ ਐਕਸਪ੍ਰੈਸ਼ਨ a and b ਦੀ ਵੈਲਿਊਜ਼ ਵਗੈਰਾ ਫਿਲ ਕਰਕੇ ਦੇਖ ਲਿਓ q is equal to q naught a cos q is equal to q naught cos omega t ਦੇ ਬਰਾਬਰ ਆਪਣੇ ਕੋ ਆਪਣਾ ਜਿਹੜਾ ਡਿਫਰੈਂਸ਼ੀਅਲ ਇਕੁਏਸ਼ਨ ਦਾ ਜਿਹੜਾ ਸੋਲੂਸ਼ਨ ਹੈ ਉਹ ਆ ਜਾਏਗਾ। therefore charge on the capacitor at any time is a harmonic function of time। so ਆਪਣੇ ਕੋਲ ਕੀ ਆ ਗਿਆ ਬੇਟਾ q is equal to q naught cos of omega t ਹਾਰਮੋਨਿਕ ਫੰਕਸ਼ਨ ਆ ਜਾਂਦਾ ਟ੍ਰਿਗੋਨੋਮੈਟ੍ਰਿਕ ਫੰਕਸ਼ਨ ਹੈ and is keep on oscillating तो oscillate ਕਰਦਾ ਹੀ ਰਹੇਗਾ। so ਇਹਦੀ ਫ੍ਰੀਕੁਐਂਸੀ ਆਫ ਵਾਈਬ੍ਰੇਸ਼ਨ ਆਪਣੇ ਕੋਲ ਕੀ ਹੈ अपने को ऑसिलेशन की फ्रीक्वेंसी अपने को f ਦਿੱਤੀ ਹੋਈ ਹੈ ਤਾਂ ओमेगा is equal to 2 divided by 2 pi into f ਦੇ ਬਰਾਬਰ ਹੁੰਦਾ ਹੈ ਉੱਥੋਂ ਆਪਾਂ f ਦੀ ਵੈਲਿਊ ਕੱਢ ਸਕਦੇ ਹਾਂ। ਇਹਦਾ f ਹੋਰ ਕੁਝ ਨਹੀਂ ਹੈ ਤੁਹਾਡਾ ਇਨਵਰਸ ਆਫ ਦੀ ਟਾਈਮ ਪੀਰੀਅਡ ਹੈ। ਯੂ ਕੈਨ ਸਿੰਪਲੀ ਰੀਰਾਈਟ ਇਟ ਇਨ ਟਰਮਸ ਆਫ ओमेगा is equal to 2 pi divided by capital T ਦੇ ਬਰਾਬਰ ਹੁੰਦਾ ਹੈ। so you can simply rewrite this expression of the linear frequency ओमेगा अपनी एंगुलर फ्रीक्वेंसी होएगी एंड जेड़ा ਤੁਹਾਡਾ f है ਤੁਹਾਡੀ लीनियर फ्रीक्वेंसी ਦਾ ਪਾਰਟ ਹੋਏਗਾ। so f can be written in terms of 1 divided by the square root of LC and 2 by the factors ਆਪਣੇ ਕੋਲ already ਹੈਗਾ।
So equation can be used to find out instantaneous and peak value of the current in the circuit. So current ਦੀ value ਤੁਸੀਂ find out ਕਰ ਸਕਦੇ ਹੋ ਬੇਟਾ, because current ਆਪਣੇ ਕੋਲ ਕੀ ਹੁੰਦਾ dq by dt, ਤੁਸੀਂ ਦੀ value ਵਗੈਰਾ find out ਕਰਕੇ ਦੇਖ ਸਕਦੇ ਹੋ. So negative sign shows that during the discharging of the capacitor through the inductor, direction of flow of current is opposite to the direction of the current, charging current. So ਜਿਹੜਾ charging current ਹੈ discharging current ਦੀ direction ਜਿਹੜੀ ਹੋਏਗੀ opposite ਹੋਏਗੀ. The above result can be obtained directly from the equation by setting a is equal to q naught and b is equal to 0. So ਆਪਣੇ ਕੋਲ result ਜਿਹੜਾ ਹੈ ਉਹਦੇ ਬਰਾਬਰ ਆ ਜਾਏਗਾ. ਸਿੰਪਲੀ तो कुछ नहीं है, पीक वैल्यू ਤੁਸੀਂ फाइंड आउट कर सकते हो. पीक वैल्यू मैक्सिमम वैल्यू हो जाएगी, दैट विल बी q नॉट इनटू ओमेगा ਦੇ ਬਰਾਬਰ ਹੋ ਜਾਏਗਾ, ਬਿਕਾਜ਼ i is equal to i naught sin of omega t ਦੇ ਬਰਾਬਰ ਹੁੰਦਾ ਹੈ. ਸੋ i naught ਨੂੰ ਤੁਸੀਂ ਇਹਦੇ ਨਾਲ ਕੰਪੇਅਰ ਕਰਕੇ ਦੇਖ ਲਓ, i naught sin omega to i naught sin omega t ਨੂੰ ਇਹਦੇ ਨਾਲ ਕੰਪੇਅਰ ਕਰੋਗੇ ਤਾਂ i naught ਦੀ ਵੈਲਿਊ ਕੀ ਆ ਜਾਏਗੀ, q naught into omega ਦੇ ਬਰਾਬਰ ਆ ਜਾਏਗਾ ਮੈਗਨੀਟਿਊਡ. ਉਸ ਤੋਂ ਬਾਅਦ ਆਉਂਦਾ એનર્ਜੀ ਆਫ ਐਨ ਇਲੈਕਟ੍ਰੀਕਲ ਆਸੀਲੇਟਰ. ਸੋ ਇਲੈਕਟ੍ਰੀਕਲ ਆਸੀਲੇਟਰ ਦੀ ਜਿਹੜੀ એનર્ਜੀ ਹੈ ਇਹਦੀ ਆਪਾਂ ਵੈਲਿਊ ਫਾਈਂਡ ਆਊਟ ਕਰਨ ਦੀ ਗੱਲ ਕਰਦੇ ਹਾਂ ਵੀ ਜਿਹੜੀ એનર્ਜੀ ਕਿਸ ਫਾਰਮ ਦੀ ਹੋਏਗੀ, ਕਿਸ ਤਰ੍ਹਾਂ ਵੀ ਕਰੇਗੀ. ਸੋ ਜਿਸ ਤਰ੍ਹਾਂ ਸਿੰਪਲ ਪੈਂਡੂਲਮ ਦੇ ਕੇਸ ਵਿੱਚ ਡਿਸਕਸ ਕੀਤਾ ਸੀ ਕਿ ਕੈਨੇਟਿਕ એનર્ਜੀ ਐਂਡ ਪੋਟੈਂਸ਼ੀਅਲ એનર્ਜੀ ਦਾ ਸਮ ਆਪਣਾ ਕਾਂਸਟੈਂਟ ਹੋਣਾ ਚਾਹੀਦਾ ਹੈ. ਤੇ ਮੀਨ ਪੋਜੀਸ਼ਨ ਦੇ ਉੱਪਰ ਕੀ ਹੁੰਦਾ ਹੈ ਬੇਟਾ, ਕੈਨੇਟਿਕ એનર્ਜੀ ਹੁੰਦੀ ਹੈ, ਬਿਕਾਜ਼ ਇਟ ਹੈਜ਼ ਟੂ ਓਵਰਸ਼ੂਟ ਦੀ ਮੀਨ ਪੋਜੀਸ਼ਨ, ਐਂਡ ਐਕਸਟ੍ਰੀਮ ਪੋਜੀਸ਼ਨ ਦੇ ਉੱਪਰ ਪੋਟੈਂਸ਼ੀਅਲ એનર્ਜੀ ਹੁੰਦੀ ਹੈ, ਬਿਕਾਜ਼ ਉੱਥੇ ਜਾ ਕੇ ਇਹਨੇ ਵਾਪਸ ਆਉਣ ਦੀ ਕੋਸ਼ਿਸ਼ ਕਰਨੀ ਹੈ. ਇਸ ਕਰਕੇ ਆਪਣੇ ਕੋਲ ਕੀ ਹੈ, ਆਪਣੇ ਕੋਲ ਜਿਹੜਾ ਕੈਨੇਟਿਕ એનર્ਜੀ ਐਂਡ ਪੋਟੈਂਸ਼ੀਅਲ એનર્ਜੀ ਦਾ ਜਿਹੜਾ ਟੋਟਲ ਸਮ ਹੈ ਦੈਟ ਇਜ਼ ਕਾਂਸਟੈਂਟ, ਲੇਕਿਨ ਪੋਟੈਂਸ਼ੀਅਲ એનર્ਜੀ ਕੈਨੇਟਿਕ એનર્ਜੀ ਆਪਸ ਦੇ ਵਿੱਚ ਇੰਟਰਚੇਂਜ ਹੁੰਦੇ ਰਹਿੰਦੇ ਆ. So the sum of energies are stored in the capacitor and inductor at any instant is also constant. That is, total energy of the electrical oscillator should not depend on time. It can be shown as below. So अपन इसी को prove करने की कोशिश करेंगे. So energy stored in the capacitor की हो जाएगा if we connect a battery across the two plates of the capacitor and work is done by the battery in charging the capacitor. तो अगर अपन किसी भी बैटरी एक capacitor ਦੇ across battery लगाएंगे तो battery की करेगी, ultimately ਤੁਹਾਡੇ capacitor ਨੂੰ charging ਕਰਨ ਦਾ ਕੰਮ ਕਰੇਗੀ. So some work has to be done in charging the capacitor. As the capacitor charges, the potential difference across its plate increases. So ਜਦੋਂ ਆਪਾਂ potential capacitor ਨੂੰ charge ਕਰਾਂਗੇ ਤਾਂ ਉਹਦੀ cross potential difference rise ਕਰੇਗਾ. More work has to be done by the battery in delivering the same amount of charge to the capacitor. ਕਿਉਂਕਿ already plate ਦੇ ਉੱਪਰ positive charge ਆ ਗਿਆ ਤਾਂ ਉਹਦੀ corresponding more positive charge ਦੇਣ ਦੇ ਲਈ ਆਪਾਂ ਨੂੰ ਜ਼ਿਆਦਾ effort ਕਰਨੀ ਪਏਗੀ, because positive charge ਨੂੰ repel ਕਰੇਗਾ. ਇਸ ਕਰਕੇ ਆਪਾਂ ਨੂੰ ਜਦੋਂ ਆਪਣਾ ਕਿਸੇ ਬਿਲਡ ਅਪ ਕਰਨਾ ਚਾਹਦਾ ਉਸ ਵੇਲੇ ਆਪਾਂ ਨੂੰ ਵਰਕ ਡਨ ਜ਼ਿਆਦਾ ਕਰਨਾ ਪਏਗਾ ਲੇਟਰ ਸਟੇजेस ਦੇ ਉੱਪਰ ਰਾਦਰ ਦੈਨ ਇਨੀਸ਼ੀਅਲ ਸਟੇजेस ਤੇ. ਠੀਕ ਹੈ ਜੀ. ਸੋ ਵਰਕ ਡਨ ਇਨ ਚਾਰਜਿੰਗ a capacitor is stored in the capacitor in the form of electrical energy. ਸੋ ਜਿਹੜਾ ਕੈਪੈਸਿਟਰ ਨੂੰ ਚਾਰਜ ਕਰਨ ਦਾ ਕੰਮ ਹੈ, ਜਿਹੜਾ ਵਰਕ ਡਨ ਹੈ ਉਹ એનર્ਜੀ ਦੀ ਸਟੋਰ ਫਾਰਮ ਦੇ ਵਿੱਚ ਸਟੋਰ ਹੋਏਗਾ, that will be in the form of electrical energy. ਸੋ ਕੈਪੈਸਿਟਰ ਦੇ ਕੇਸ ਵਿੱਚ ਆਪਣੇ ਕੋਲ ਕਿਹੜਾ ਫਾਰਮੂਲਾ ਹੁੰਦਾ ਬੇਟਾ, that is given by q is equal to c into v. C is your capacitance, v is your potential difference, and q is your charge of the capacitor. Suppose the battery supplies an infinite small amount of charge dq to the capacitor at a constant potential v. So and then according to the definition of potential difference, the amount of work done by the battery is given by small amount of work done in delivering a small amount of charge, that is dq to the capacitor. It will be given by dw is equal to v into dq. ये अपनी standard definition है बेटा potential difference. The potential difference is the amount of work done in bringing a charge from infinity to that particular point against the Coulomb repulsion or something like that. ठीक है जी. So इस तरह दा फंडा है. So dw divided by per unit charge ਹੁੰਦਾ है. So work done per unit charge ਨੂੰ ਆਪਾਂ potential ਦੇ ਨਾਲ represent ਕਰਦੇ ਹਾਂ. So a dw is equal to, it will turn out to be v into dq ਦੇ ਬਰਾਬਰ ਆ ਜਾਏਗਾ. potential ਦੀ value ਆਪਾਂ ਇੱਥੇ fill out ਕਰ ਦਾਂਗੇ, because it is equal to q divided by c ਆ ਜਾਏਗਾ. Ultimately, therefore, amount of work done in delivering charge, total charge अगर अपन Q deliver करना है तो total work done कितना हो जाएगा? It has to be I think थोड़ा सा ब्लर आ गया बेटा. अल्टीमेटली इधर इंटीग्रल करोगे तो क्या आ जाएगा, Q डिवाइडेड बाय C. अगर करोगे Q थोड़ा से इधर इंटीग्रल करोगे तो C थोड़ा की ये कांस्टेंट ऑटोमेटिकली इंटीग्रेशन तो बाहर आएगा, एंड थोड़ी को Q into dQ. So simply x into dx का इंटीग्रेशन करोगे तो x square डिवाइडेड बाय 2 आ जाएगा. So simply थोड़ी को क्या आएगा बेटा, इधर Q square डिवाइडेड बाय 2 आ जाएगा. So आपका आंसर क्या आएगा, it will be Q square divided by 2C के बराबर थोड़ी को रिजल्ट आ जाएगा. सो सिमिलरली ਉਹਦੇ ਵਿੱਚ ਤੁਸੀਂ ਵੈਲਿਊਜ਼ ਵਗੈਰਾ ਫਿਲ ਆਊਟ ਕਰਕੇ ਦੇ ਸਕਦੇ ਹੋ. ਤੇ ਇਲੈਕਟ੍ਰੀਕਲ એનર્ਜੀ ਜਿਹੜੀ ਹੋਏਗੀ ਆਪਣੇ ਕੋਲ ਕੀ ਦਿੱਤਾ ਹੋਇਆ ਬੇਟਾ, ਹੁਣ ਆਪਣੇ ਕੋਲ q square divided by 2 ਹੈ, 2c ਆ ਗਿਆ. ਹੁਣ q ਦੀ ਵੈਲਿਊ ਕੀ ਹੁੰਦੀ ਬੇਟਾ, q naught into cos of theta ਦੇ ਬਰਾਬਰ ਹੁੰਦੀ ਹੈ, ਔਰ cos of omega t ਲਿਖ ਸਕਦੇ ਹੋ. q ਦੀ ਵੈਲਿਊ ਫਿਲ ਆਊਟ ਕਰੋ, q naught cos omega t. ਸੋ q naught square cos square omega t divided by 2c ਦੇ ਬਰਾਬਰ ਰਿਜ਼ਲਟ ਆ ਜਾਏਗਾ. ਅਲਟੀਮੇਟਲੀ ਤੁਸੀਂ ਇਹਨੂੰ ਦੇਖ ਸਕਦੇ ਹੋ. ਸੋ ਇੰਡਕਟਰ ਦੇ ਕੇਸ ਵਿੱਚ ਜਿਹੜੀ એનર્ਜੀ ਹੋਏਗੀ, ਇੰਡਕਟਰ ਦੇ ਕੇਸ ਵਿੱਚ ਜਿਹੜਾ ਰਿਜ਼ਲਟ ਹੋਏਗਾ that will be
ਇੰਡਕਟਰ ਦੇ ਕੇਸ ਵਿੱਚ ਆਪਣੇ ਕੋਲ ਰਿਡਿਊਸਡ ਈਐਮਐਫ ਜਿਹੜੀ ਹੁੰਦੀ ਹੈ ਜਾਂ ਪੋਟੈਂਸ਼ੀਅਲ ਡਿਫਰੈਂਸ ਜਿਹੜਾ ਰੇਸ ਹੁੰਦਾ ਹੈ that is in the form of EMF and it can be written in terms of minus L di by dt the result which ਹੁੰਦਾ ਹੈ ਬੇਟਾ ਤੇ small amount of work done in the those ਜਿਹੜਾ work done ਕੀਤਾ ਜਾਏਗਾ if the source of EMF sends a constant current through the inductor for a small time dt then small amount of work done by the source will be given by ਇਸ ਕੇਸ ਦੇ ਵਿੱਚ ਕੀ ਹੋ ਜਾਏਗਾ dw should be equal to potential into ਚਾਰਜ ਦੇ ਬਰਾਬਰ ਹੁੰਦਾ ਹੈ ਜਾਂ ਫਿਰ ਕੀ ਹੁੰਦਾ ਬੇਟਾ ਉਹਦੀ ਕੋਰਸਪੋਂਡਿੰਗ dw is equal to power is given by ਤਾਂ ਇਹਦੀ ਕੋਰਸਪੋਂਡਿੰਗ ਆਪਾਂ ਪਾਵਰ ਦਾ ਕਨਸੈਪਟ ਲੈ ਸਕਦੇ ਹਾਂ ਬੇਟਾ ਪਾਵਰ ਆਪਣੇ ਕੋਲ ਹੁੰਦੀ ਹੈ ਪਾਵਰ ਇਜ਼ ਵਰਕ ਡਨ ਪਰ ਯੂਨਿਟ ਟਾਈਮ ਦੇ ਕੋਰਸਪੋਂਡਿੰਗ ਆ ਜਾਂਦਾ ਹੈ ਤਾਂ dw ਆਪਕੋ ਕੈਨ ਬੀ ਰਿਟਨ ਇਨ ਟਰਮਸ ਆਫ ਪਾਵਰ ਮਲਟੀਪਲਾਈਡ ਬਾਈ ਟਾਈਮ ਸੋ ਇਸ ਕੇਸ ਵਿੱਚ ਆਪਣੇ ਕੋਲ ਆ ਗਿਆ ਪਾਵਰ ਕਿੰਨੀ ਹੈ ਵੋਲਟੇਜ ਇਨਟੂ ਕਰੰਟ ਸੋ ਵੋਲਟੇਜ ਆਪਣੇ ਕੋਲ ਕਿੰਨੀ ਹੈ ਬੇਟਾ ਇਸ ਕੇਸ ਵਿੱਚ EMF ਦਿੱਤੀ ਹੋਈ ਹੈ EMF ਇਜ਼ ਯੂਰ ਪੋਟੈਂਸ਼ੀਅਲ ਔਰ ਵੋਲਟੇਜ ਤਾਂ ਇਸ ਕੇਸ ਵਿੱਚ ਮਾਈਨਸ E ਇਨਟੂ ਅਗੇਂਸਟ ਹੈ ਇਸ ਕਰਕੇ ਆਪਾਂ ਮਾਈਨਸ ਲੱਗਾ ਹੋਇਆ ਬੇਟਾ ਅਲਟੀਮੇਟਲੀ ਤੁਹਾਡੇ ਕੋਲ EMF ਆ ਜਾਏਗੀ ਪਾਵਰ ਇਜ਼ ਗਿਵਨ ਬਾਈ ਵੋਲਟੇਜ ਇਨਟੂ ਕਰੰਟ ਆ ਜਾਏਗਾ ਇਨਟੂ dt ਤਾਂ ਆਲਰੇਡੀ ਦਿੱਤਾ ਹੋਇਆ ਬੇਟਾ ਇਸ ਕਰਕੇ ਇਹਨੂੰ Li ਇਨਟੂ di ਦੇ ਬਰਾਬਰ ਲਿਖਿਆ ਜਾਏਗਾ ਸੋ ਸਮਾਲ ਅਮਾਉਂਟ ਆਫ ਵਰਕ ਡਨ ਤੋਂ ਬਾਅਦ ਆਪਾਂ ਟੋਟਲ ਵਰਕ ਡਨ ਫਾਈਂਡ ਆਊਟ ਕਰਨ ਦੀ ਗੱਲ ਕਰੀਏ ਤਾਂ 0 to I Li di ਦੇ ਬਰਾਬਰ ਆ ਜਾਏਗਾ ਸੋ L ਦੇ ਕੋਰਸਪੋਂਡਿੰਗ ਬਾਹਰ ਆ ਜਾਏਗਾ ਬਿਕੋਜ਼ ਇਟ ਇਜ਼ ਅ ਕਾਂਸਟੈਂਟ ਠੀਕ ਹੈ ਜੀ ਉਸ ਤੋਂ ਬਾਅਦ ਕੀ ਹੈ ਇੰਟੀਗ੍ਰੇਸ਼ਨ ਕਰੋਗੇ ਹਾਫ L into I ਸਕੁਅਰ ਉਹਦੀ ਕੋਰਸਪੋਂਡਿੰਗ ਸੇਮ ਫੰਡਾ ਜਿਹੜਾ ਕਿ ਆਪਾਂ ਇੱਕ ਕਪੈਸਿਟਰ ਦੇ ਕੇਸ ਵਿੱਚ ਲਗਾਇਆ ਸੀ I ਦੀ ਕੋਰਸਪੋਂਡਿੰਗ I ਨੂੰ ਆਪਾਂ ਕੀ ਲਿਖ ਸਕਦੇ ਹਾਂ ਜਿਹੜਾ dq/dt ਹੁਣ q q naught cos omega t ਹੁੰਦਾ ਦੀ ਵੈਲਿਊ ਵਗੈਰਾ ਫਿਲ ਆਊਟ ਕਰੋ ਐਂਡ ਅਲਟੀਮੇਟਲੀ ਤੁਸੀਂ ਸੋਲਵ ਕਰਕੇ ਦੇਖ ਸਕਦੇ ਹੋ ਕਿ 1/2 L q naught ਸਕੁਅਰ u ਸਕੁਅਰ omega ਸਕੁਅਰ sin ਸਕੁਅਰ omega t ਸੋ ਮੈਗਨੈਟਿਕ એનર્ਜੀ ਜਿਹੜੀ ਹੋਏਗੀ ਜਿਹੜਾ this work done will be stored in the form of magnetic energy inside the inductor so ਇਹਦੇ ਬਰਾਬਰ ਆ ਜਾਏਗਾ so total energy ਕਿੰਨੀ ਹੋ ਜਾਏਗੀ ਬੇਟਾ electrical energy plus magnetic energy so total energy 1/2 q naught square by c cos square theta plus 1/2 L q naught square omega square sin square theta or something like that ਇਸ ਤਰ੍ਹਾਂ ਦਾ ਤੁਹਾਡੇ ਕੋਲ ਰਿਜ਼ਲਟ ਦੇਖਣ ਨੂੰ ਮਿਲੇਗਾ so ਇਹਦੇ ਵਿੱਚ ਕੀ ਹੈ ਬੇਟਾ ਤੁਸੀਂ ਇਹਨੂੰ ਸੋਲਵ ਆਊਟ ਕਰ ਸਕਦੇ ਹੋ ਆਪਣੇ ਕੋਲ ਕੀ ਹੈ ਆਸਿਲੇਟਰ ਫ੍ਰੀਕੁਐਂਸੀ ਜਿਹੜੀ ਹੈ omega square it is equal to 1/L square 1/LC ਦੇ ਬਰਾਬਰ ਦਿੱਤਾ ਹੋਇਆ ਇਹਦੇ ਵਿੱਚ 1/C ਦੀ ਵੈਲਿਊ ਤੁਸੀਂ ਕੱਢ ਸਕਦੇ ਹੋ 1/C can be stored used into in the form of L into omega square ਇਹਦੀ ਵੈਲਿਊ ਜਿਹੜਾ ਤੁਸੀਂ ਫਿਲ ਆਊਟ ਕਰਕੇ ਦੇਖੋ ਇੱਥੇ ਅਲਟੀਮੇਟਲੀ ਤੁਹਾਡੇ ਕੋਲ L into omega square ਦਾ ਫੈਕਟਰ ਬਣੇਗਾ by 1/2 L omega square q naught square ਤੁਹਾਡੇ ਕੋਲ ਕਾਮਨ ਹੋ ਜਾਏਗਾ ਬੇਟਾ ਅਲਟੀਮੇਟਲੀ ਤੁਹਾਡੇ ਕੋਲ cos square theta plus sin square theta is always equal to 1 so that total energy of the system is a constant ਜਿਹੜੀ ਕਿ ਤੁਹਾਡੇ ਟਾਈਮ ਦੇ ਉੱਪਰ ਡਿਪੈਂਡ ਨਹੀਂ ਕਰਨੀ ਚਾਹੀਦੀ so the equation gives us the total energy stored in the electrical and oscillator at any instant in terms of the L since omega square is given by 1/L into C the equation can also be expressed as E is equal to 1/2 q naught square divided by C ਦੀ ਫਾਰਮ ਦੇ ਵਿੱਚ ਲਿਖ ਸਕਦੇ ਹੋ ਜਾਂ ਫਿਰ 1/2 L omega square into q naught square ਦੀ ਫਾਰਮ ਦੇ ਵਿੱਚ ਲਿਖ ਸਕਦੇ ਹੋ ਸੋ ਇਸ ਵਿੱਚ ਇਸ ਤੋਂ ਬਾਅਦ ਜਿਹੜਾ ਇੰਪੋਰਟੈਂਟ ਆਰਟੀਕਲ ਛੋਟਾ ਜਿਹਾ ਆ ਜਾਂਦਾ ਬੇਟਾ ਐਨਾਲੌਗ ਬਿਟਵੀਨ ਮਕੈਨੀਕਲ ਐਂਡ ਇਲੈਕਟ੍ਰੀਕਲ ਆਸਿਲੇਟਰ ਤਾਂ ਆਪਾਂ ਮਕੈਨੀਕਲ ਆਸਿਲੇਟਰ ਨੂੰ ਕਿਸ ਤਰ੍ਹਾਂ ਇਲੈਕਟ੍ਰੀਕਲ ਆਸਿਲੇਟਰ ਦੇ ਨਾਲ ਕੰਪੇਅਰ ਕਰ ਸਕਦੇ ਹਾਂ ਇਹ ਕਾਫੀ ਇੰਪੋਰਟੈਂਟ ਹੈ So in both mechanical and electrical oscillator, exchange of energy from one form to the another takes place, whereas in mechanical oscillator, oscillations are due to the exchange between the mechanical potential and kinetic energy. So ਜਿਹੜੀ mechanical oscillator ਹੈ ਉਸ ਕੇਸ ਦੇ ਵਿੱਚ ਕੀ ਹੈ ਆਪਣੇ ਕੋਲ ਕੀ ਹੈ potential energy and kinetic energy exchange ਹੁੰਦੀ ਹੈ the oscillations in an electrical oscillator are due to the exchange between electrostatic and magnetic energy. So ਮਕੈਨੀਕਲ ਆਸਿਲੇਟਰ ਦੇ ਵਿੱਚ ਇਲੈਕਟ੍ਰੀਕਲ એનર્ਜੀ ਨਹੀਂ ਹੈ ਬੇਟਾ ਉੱਥੇ ਕਿਨੈਟਿਕ એનર્ਜੀ ਐਂਡ ਪੋਟੈਂਸ਼ੀਅਲ એનર્ਜੀ ਇੰਟਰਚੇਂਜ ਹੁੰਦੀ ਹੈ ਲੇਕਿਨ ਆਪਣੇ ਕੋਲ ਜਿਹੜਾ ਇਲੈਕਟ੍ਰੀਕਲ ਆਸਿਲੇਟਰ ਹੈ that is having electrical energy as well as magnetic energy so thus from the point of view of their performance the mechanical and electrical oscillators are qualitatively the same though the physical parameters of the two types of oscillators are entirely different in nature however an equivalence can be drawn between the physical parameters as discussed below so we can draw some physical significance from these things ਆਪਾਂ ਇਹਦੀ ਰੈਲੇਵੈਂਸ ਦੇਖ ਸਕਦੇ ਹਾਂ ਸੋ ਡਿਫਰੈਂਸ਼ੀਅਲ ਇਕੁਏਸ਼ਨ ਆਫ ਅ ਮਕੈਨੀਕਲ ਆਸਿਲੇਟਰ ਦੇ ਕੇਸ ਵਿੱਚ ਜਿਹੜਾ ਆਪਾਂ ਸਿੰਪਲ ਕੁਆਂਟਮ ਵਾਲਾ ਸੀ that was d2x/dt square plus s/m into x is equal to 0 so the second order differential equation ਇਸ ਦੇ ਫਾਰਮ ਦੇ ਵਿੱਚ ਲਿਖੀ ਹੋਈ ਹੈ where s divided by m is equal to omega square or s can be written in terms of m into omega square the differential equation for the case of electrical oscillator it can be written in terms of d2q/dt square plus 1/lc into q ਜਿਹੜੀ ਕਿ ਆਪਾਂ ਹੁਣੇ ਦੇਖ ਕੇ ਹਟੇ it has to be equal to 0 and 1/LC is equal to omega square or 1/C can be written in terms of L into omega square ਦੀ ਫਾਰਮ ਦੇ ਵਿੱਚ ਤੁਸੀਂ ਲਿਖ ਸਕਦੇ ਹੋ ਸੋ ਇਹਨਾਂ ਨੂੰ ਦੋਨਾਂ ਨੂੰ ਕੰਪੇਅਰ ਕਰਕੇ ਦੇਖ ਲਓ ਬੇਟਾ ਇੱਕ ਮਾਸ ਤੁਹਾਡਾ ਇੰਡਕਟੈਂਸ L ਇੰਡਕਟਰ ਦੇ ਕੋਰਸਪੋਂਡਿੰਗ ਆਏਗਾ ਐਂਡ ਤੁਹਾਡਾ ਜਿਹੜਾ ਸਟਿਫਨੈਸ ਕਾਂਸਟੈਂਟ ਹੈ ਉਹ ਕੈਪੈਸਿਟਰ ਦੇ ਕੋਰਸਪੋਂਡਿੰਗ ਆਏਗਾ ਸੋ ਇਹ ਤੁਸੀਂ ਚੈੱਕ ਕਰ ਸਕਦੇ ਹੋ ਆਪਾਂ ਡਿਸਕਸ ਵੀ ਕਰਾਂਗੇ
since V is equal to dx by dt, the total energy of the mechanical oscillator can be expressed. तो इस केस में पोटेंशियल एनर्जी की होती है बेटा हाफ s into x square plus half m v square ਹੁੰਦਾ है v ਤੁਹਾਡੇ ਕੋਲ dx by dt ਦੀ corresponding ਆ ਜਾਂਦਾ ਹੈ। since current ਕੀ ਹੁੰਦਾ ਹੈ ਬੇਟਾ dq by dt ਹੁੰਦਾ ਹੈ, total energy of the electrical oscillator ਜਿਹੜੀ ਹੈ half into q square by c plus 1 half l into I square ਹੁੰਦਾ ਹੈ ਬੇਟਾ dq by dt ਦਾ whole square ਹੋ ਜਾਂਦਾ ਹੈ। ਸੋ ਇਹਨਾਂ ਦੋਨਾਂ ਨੂੰ ਕੰਪੇਅਰ ਕਰਕੇ ਦੇਖ ਸਕਦੇ ਹੋ ਬੇਟਾ 1 half x square ਦੀ ਜਗ੍ਹਾ q square ਆ ਗਿਆ ਬੇਟਾ, s ਦੀ ਜਗ੍ਹਾ ਤੁਹਾਡੇ ਕੋਲ 1/c ਆ ਗਿਆ, ਇੱਥੇ 1 half ਆ ਗਿਆ, m ਦੀ ਜਗ੍ਹਾ ਤੁਹਾਡੇ ਕੋਲ l ਆ ਜਾਂਦਾ ਹੈ ਤੇ q ਦੀ ਜਗ੍ਹਾ ਤੁਹਾਡੇ ਕੋਲ x ਆ ਜਾਂਦਾ ਹੈ। ਸੋ ਅਲਟੀਮੇਟਲੀ ਮਾਸ ਤੁਹਾਡਾ l ਨੂੰ ਕੋਰਸਪੋਂਡ ਕਰਦਾ ਹੈ ਐਂਡ ਜਿਹੜਾ 1/c ਤੁਹਾਡਾ ਸਟਿਫਨੈਸ ਕਾਂਸਟੈਂਟ ਨੂੰ ਕੋਰਸਪੋਂਡ ਕਰਦਾ ਹੈ। ਸੋ ਕੰਪੇਅਰ ਦੀ ਡਿਫਰੈਂਸ਼ੀਅਲ ਇਕੁਏਸ਼ਨ ਆਫ ਦੀ ਟੂ ਆਸੀਲੇਟਰਸ in equation where x occurs, ਜਦੋਂ ਜਿੱਥੇ ਆਪਣੀ displacement ਹੋ ਰਹੀ ਹੈ ਉਹਦੇ corresponding ਆਪਣੇ ਕੋਲ ਚਾਰਜ ਆ ਰਿਹਾ ਹੈ। it follows that whereas the mechanical oscillator arises due oscillations arise due to the time variation in the displacement, electromagnetic oscillations are due to time variation in the electrical charge। ਠੀਕ ਹੈ ਜੀ, तो ਜਿਹੜੀ q ਦੇ ਵਿੱਚ ਵੇਰੀਏਸ਼ਨ ਹੋਏਗੀ ਟਾਈਮ ਦੇ ਨਾਲ ਉਹਦੇ corresponding ਆਪਣੇ ਕੋਲ oscillations ਆਣਗੀਆਂ, ਅਦਰਵਾਈਜ਼ ਜਿਹੜਾ mechanical oscillator ਹੈ ਉਹ x ਦੀ displacement ਹੈ with time ਉਹਦੇ corresponding oscillations ਆਣਗੀਆਂ। So expression for the total energy. So expression for total energy corresponding where dx by dt occurs, dq by dt occurs in the equation. So ਜਿੱਥੇ dx by dt ਉਹਦੇ comparatively ਆਪਣੇ ਕੋਲ dq by dt ਹੈ। ਜਿੱਥੇ velocity ਆਂਦੀ ਹੈ ਬੇਟਾ ਉੱਥੇ ਆਪਣੇ ਕੋਲ current ਆਂਦਾ ਹੈ। It follows that the role played by the velocity in the mechanical oscillator is the same as that played by the electrical current in case of electromagnetic oscillations. Again comparing the differential equations of the two oscillators, ਜਿੱਥੇ dq by d2 ਕੀ ਹੈ d2x by dt ਸਕੁਅਰ ਆਂਦਾ ਹੈ ਉੱਥੇ ਆਪਣੇ ਕੋਲ d2q by dt ਸਕੁਅਰ ਆਂਦਾ ਹੈ। ਇਹ ਜਿਹੜਾ ਇਕੁਏਸ਼ਨ ਦੇ ਵਿੱਚ it follows that the role ਜਿੱਥੇ acceleration play ਕਰ ਰਹੀ ਹੈ ਉਹ in the mechanical oscillator it is the same as played by the rate of change of electrical current। ਮਤਲਬ ਕੀ ਹੈ d2q by dt ਸਕੁਅਰ di ਮਤਲਬ ਕਿ di by dt ਦਾ ਜਿਹੜਾ ਕਰੰਟ ਹੈ rate of change of current in the case of electromagnetic oscillations। ਜਿਹੜਾ ਆਪਣੇ ਕੋਲ acceleration ਆ ਰਹੀ ਹੈ for the case of ਜਿੱਥੇ ਜਿਹੜਾ dv by dt ਹੈ ਇੱਥੇ ਆਪਣੇ ਕੋਲ di by dt ਲਿਖਿਆ ਜਾ ਰਿਹਾ ਹੈ। ठीक है जी, so comparing the equations ਉਸ ਤੋਂ ਬਾਅਦ ਕੀ ਹੈ the equation shows that m corresponds to m occurs ਜਿੱਥੇ ਆਪਣੇ ਕੋਲ mechanical oscillator ਦੇ ਵਿੱਚ m ਹੈ ਉੱਥੇ l occur ਹੁੰਦਾ ਹੈ ਆਪਣੇ ਕੋਲ electrical oscillation ਦੇ ਕੇਸ ਵਿੱਚ। it follows that the role played by mass in the mechanical oscillator is same as that played by inductance in case of the electrical oscillator। so ਆਪਣੇ ਕੋਲ ਕੀ ਹੈ ਆਪਣੇ ਕੋਲ ਜਿਹੜਾ ਇੰਡਕਟਰ ਹੈ ਇੰਡਕਟਰ ਦੇ ਕੋਰਸਪੋਂਡਿੰਗ ਆਪਣੇ ਕੋਲ ਇੰਡਕਟੈਂਸ ਆਂਦੀ ਹੈ ਬੇਟਾ that is parameter l, ਉਹਦੇ ਕੋਰਸਪੋਂਡਿੰਗ ਮੈਕੈਨੀਕਲ ਆਸੀਲੇਟਰ ਦੇ ਵਿੱਚ ਆਪਣੇ ਕੋਲ ਮਾਸ ਆਂਦਾ ਜਿਹੜਾ ਕਿ ਤੁਹਾਨੂੰ ਮੈਂ ਹੁਣੇ ਦਿਖਾ ਕੇ ਗਿਆ। ਸੋ ਇਨ ਮੈਕੈਨਿਕਸ mass is termed as a measure of inertia। so mass ਦਾ ਮਤਲਬ ਕੀ ਹੁੰਦਾ ਹੈ ਮੈਕੈਨਿਕਸ ਦੇ ਵਿੱਚ inertia ਹੁੰਦਾ ਹੈ। it controls the change in the velocity for a given force। in electromagnetism inductance is termed as the magnetic field inertia as it controls the rate of change of current for a given voltage in the circuit as this in exactly the same way। so ਜਿਹੜਾ mass inertia of mass ਹੈ ਉਹਦੀ corresponding inertia of magnetic field ਹੈ। ਠੀਕ ਹੈ ਜੀ, ਉਸ ਤੋਂ ਬਾਅਦ ਕੀ ਹੈ ਜਿੱਥੇ 1/c ਅਗਰ ਹੁੰਦਾ ਉੱਥੇ corresponding ਆਪਣੇ ਕੋਲ stiffness constant ਆ ਜਾਂਦਾ ਹੈ। ਠੀਕ ਹੈ ਜੀ, so where s occurs 1/c occurs in the equation, it follows that the role played by stiffness constant stiffness of the spring in the mechanical oscillations is the same as that role played by inductance that is 1/c in case of electromagnetic induction electromagnetic oscillations। so ਜਿੱਥੇ ਸਾਡੇ ਕੋਲ ultimately stiffness ਆ ਰਹੀ ਸੀ ਉਹਦੀ corresponding inductance ਆ ਰਹੀ ਹੈ। ठीक है जी, so in the mechanical oscillator the restoring force is set up in the spring when the mass attached is displaced and the stiffness gives a measure of the restoring force per unit displacement। so ਇਹ mechanical oscillator ਹੈ ਉੱਥੇ ਤੁਹਾਡੇ ਕੋਲ restoring force ਜਿਹੜੀ ਹੈ ਤੁਹਾਡੇ ਕੋਲ stiffness ਜਿਹੜੀ ਹੈ s is equal to f divided by x the corresponding other role play करता है। ठीक है जी, it gives the measure, it is a measure of the restoring force per unit displacement ਦੇ ਬਰਾਬਰ ਹੁੰਦਾ ਹੈ। तो stiffness parameter s ਦੀ ਗੱਲ ਕਰ ਰਹੇ ਹਾਂ। in the electrical oscillator when the magnetic flux changes through the inductor induced EMF is produced which charges the capacitor the factor 1 divided by c which is equal to Q is equal to C with the corresponding beta which is equal to V divided by Q gives a measure of the voltage produced per unit charge across the capacitor in a way whatever role spring plays in the mechanical oscillator the same role is played by the capacitor in the electrical oscillator। furthermore further whatever role restoring force plays in a mechanical oscillator the same role is played by the induced EMF
in the electrical oscillator। ਸੋ ਇਹ ਕਾਫੀ ਜ਼ਿਆਦਾ ਇੰਪੋਰਟੈਂਟ ਆਰਟੀਕਲ ਹੈ ਬੇਟਾ। ਇਹਦੇ ਵਿੱਚ ਤੁਹਾਨੂੰ ਨਿਊਮੈਰੀਕਲ ਇਹ ਕਨਸੈਪਟ ਬੇਸਡ ਆਰਟੀਕਲ ਇਹ ਆਉਣਾ ਹੀ ਆਉਣਾ ਹੁੰਦਾ ਕਿ ਤੁਸੀਂ ਮਕੈਨੀਕਲ ਆਸੀਲੇਟਰ ਐਂਡ ਇਲੈਕਟ੍ਰੀਕਲ ਆਸੀਲੇਟਰ ਨੂੰ ਕਿਸ ਤਰ੍ਹਾਂ ਕੰਪੇਅਰ ਕਰਦੇ ਹੋ। ਤੁਸੀਂ 5-6 ਪੁਆਇੰਟ ਜਿਹੜੇ ਲਿਖੇ ਹੋਏ ਆ ਇਹਨੂੰ ਪ੍ਰੋਪਰਲੀ ਆਪਣਾ ਤਿਆਰ ਕਰ ਲਿਓ ਐਂਡ ਜਿਹੜਾ ਇਲੈਕਟ੍ਰੀਕਲ ਆਸੀਲੇਟਰ ਵਾਲਾ ਆਰਟੀਕਲ ਐਸ ਸੱਚ ਹੀ ਇੰਪੋਰਟੈਂਟ ਹੋ ਜਾਂਦਾ ਹੈ। ਸੋ ਅੱਜ ਦੇ ਲੈਕਚਰ ਦੇ ਵਿੱਚ ਇੰਨਾ ਹੀ ਕਾਫੀ ਹੈ ਬੇਟਾ। ਅਗਰ ਕੋਈ ਡਾਊਟਸ ਹੈ ਜਾਂ ਕੁਐਸਚਨ ਹੈ ਤਾਂ ਮੈਨੂੰ ਡਿਸਕਸ ਕਰ ਸਕਦੇ ਹੋ। ਬਾਕੀ ਨੈਕਸਟ ਟਾਈਮ ਆਪਾਂ ਜਿਹੜਾ ਗ੍ਰਾਫਿਕਲ ਮੈਥਡ ਸਟੱਡੀ ਕਰਾਂਗੇ ਕੰਪੋਜੀਸ਼ਨ ਆਫ ਟੂ ਪਰਪੈਂਡੀਕੂਲਰ ਸਿੰਪਲ ਹਾਰਮੋਨਿਕ ਮੋਸ਼ਨਸ ਆਫ ਸੇਮ ਟਾਈਮ ਪੀਰੀਅਡ। ਫਿਰ ਇਹ ਗ੍ਰਾਫਿਕਲ ਵੇਰੀਏਸ਼ਨਸ ਆਉਣਗੀਆਂ। ਸੋ ਅਗਰ ਕੋਈ ਡਾਊਟਸ ਵਗੈਰਾ ਹੈਗੇ